ਗੱਲ ਦਿੱਲੀ ਦੀ ਕਰ ਲੈਂਦੇ ਆ। ਪੰਜਾਬ ਦੇ ਵਿੱਚ ਬੇਸ਼ੱਕ 18 ਸਾਲ ਤੋਂ ਵੱਧ ਤੇ 44 ਸਾਲ ਦੇ ਲੋਕਾਂ ਤੱਕ ਦੇ ਲਈ ਵੈਕਸੀਨੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਨਹੀਂ ਕੀਤਾ ਗਿਆ, ਪਰ ਦੂਜੇ ਪਾਸੇ ਦਿੱਲੀ 'ਚ ਕਰ ਦਿੱਤਾ ਗਿਆ। ਦਿੱਲੀ 'ਚ ਅੱਜ ਤੋਂ 18 ਪਲੱਸ ਜਿਨ੍ਹਾਂ ਦੀ ਉਮਰ ਹੈ ਉਹ ਵੈਕਸੀਨੇਸ਼ਨ ਕਰਵਾ ਸਕਦੇ ਨੇ। 77 ਸਕੂਲਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੈਕਸੀਨੇਸ਼ਨ ਸੈਂਟਰ ਦਿੱਲੀ ਦੇ ਵਿੱਚ ਬਣਾਏ ਗਏ ਨੇ, ਪਰ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸਿਰਫ ਉਹਨਾਂ ਨੂੰ ਹੀ ਟੀਕਾਕਰਨ ਹੋਏਗਾ। ਪੰਜਾਬ 'ਚ ਜੇ 18 ਪਲੱਸ ਦੇ ਲਈ ਟੀਕਾਕਰਨ ਨਹੀਂ ਸ਼ੁਰੂ ਹੋਇਆ ਹੈ, ਵੈਕਸੀਨ ਦੀ ਘਾਟ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ ਇਹ ਦੇਰੀ ਹੋ ਰਹੀ ਹੈ। ਪਰ ਦਿੱਲੀ ਦੇ ਵਿੱਚ ਲਗਾਤਾਰ ਅਸੀਂ ਖਬਰਾਂ ਸੁਣੀਆਂ ਨੇ, ਲਗਾਤਾਰ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਹੈ। ਇਹ ਚਿੰਤਾ ਨੂੰ ਵਧਾਉਣ ਵਾਲੀਆਂ ਖਬਰਾਂ ਵੀ ਆਈਆਂ ਕਿ ਉੱਥੇ ਦਿੱਕਤ ਕਿੰਨੀ ਜ਼ਿਆਦਾ, ਕੇਸਿਸ ਵੱਧ ਰਹੇ ਨੇ ਤੇ ਆਕਸੀਜਨ ਦੀ ਘਾਟ, ਸਭ ਕੁਝ ਦਿੱਲੀ ਦੇ ਵਿੱਚ ਹੁੰਦਾ ਸਾਨੂੰ ਨਜ਼ਰ ਆਇਆ। ਪਰ ਇਸ ਵਿਚਾਲੇ ਹੁਣ ਵੈਕਸੀਨੇਸ਼ਨ ਨੂੰ ਲੈ ਕੇ ਇੱਕ ਚੰਗੀ ਖਬਰ ਜ਼ਰੂਰ ਹੈ ਕਿ ਵੈਕਸੀਨੇਸ਼ਨ ਦਾ ਪ੍ਰੋਸੈਸ ਜ਼ਰੂਰ ਸ਼ੁਰੂ ਕਰ ਦਿੱਤਾ ਗਿਆ ਹੈ। 18 ਸਾਲ ਦੀ ਉਮਰ ਤੋਂ ਵੱਧ ਲੋਕਾਂ ਦੇ ਲਈ ਵੀ ਇਹ ਦਿੱਲੀ 'ਚ ਹੋਇਆ। 77 ਜਿਹੜੇ ਸੈਂਟਰਸ ਨੇ ਉਹ ਬਣਾ ਦਿੱਤੇ ਗਏ। ਹੁਣ ਵੱਧਿਆਂ ਤੇ ਗੱਲ ਹੋਵੇਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਸੁਖਬੀਰ ਸਿੰਘ ਬਾਦਲ ਵੀ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ। ਦਰਅਸਲ ਕੋਰੋਨਾ ਦੇ ਇਸ ਕਾਲ ਦੇ ਵਿੱਚ ਉਹ ਅਪੀਲ ਕਰ ਰਹੇ ਨੇ ਕਿ ਵੈਕਸੀਨੇਸ਼ਨ ਸਾਡੇ ਕੋਲ ਇੱਕ ਬਦਲ ਹੈ ਜਿਸ ਦੇ ਜ਼ਰੀਏ ਅਸੀਂ ਕੋਰੋਨਾ ਨੂੰ ਮਾਤ ਦੇ ਸਕਦੇ ਹਾਂ ਤੇ ਇਸ ਵਿਚਾਲੇ ਸਭ ਦੇ ਸਾਥ ਦੀ ਜ਼ਰੂਰਤ ਵੀ ਹੈ। ਕੀ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਨੇ, ਉਹ ਤੁਹਾਨੂੰ ਸੁਣਾਓ। ਸਭ ਤੋਂ ਪਹਿਲੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਬਿਮਾਰੀ ਨੂੰ ਤਾਂ ਜਿੱਤ ਸਕਦੇ ਹਾਂ ਜੇ ਆਪਾਂ ਵੈਕਸੀਨੇਸ਼ਨ ਕਰਾਈਏ। ਮੈਂ ਪਿਛਲੇ 2-3 ਮਹੀਨਿਆਂ 'ਚ ਕਈ ਲੋਕਾਂ ਨੂੰ ਮਿਲਿਆ, ਪਿੰਡਾਂ 'ਚ ਗਿਆ, ਸ਼ਹਿਰਾਂ 'ਚ ਗਿਆ, ਮੰਡੀਆਂ 'ਚ ਗਿਆ। ਆਮ ਜਨਤਾ ਦੇ ਮਨ 'ਚ ਵੈਕਸੀਨੇਸ਼ਨ ਦੇ ਖਿਲਾਫ ਧਾਰਨਾ ਬਣੀ ਹੈ ਕਿ ਇਹਦਾ ਕੋਈ ਫਾਇਦਾ ਨਹੀਂ ਤੇ ਇਹਦਾ ਨੁਕਸਾਨ ਹੋ ਜਾਂਦਾ ਹੈ ਤੇ ਉਹ ਵੈਕਸੀਨੇਸ਼ਨ ਤਰਫ ਮਨ ਬਣਾ ਨਹੀਂ ਰਹੇ। ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਜੇ ਆਪਾਂ ਵੈਕਸੀਨੇਸ਼ਨ ਕਰਾਂਗੇ ਤਾਂ ਹੀ ਆ ਜੰਗ ਜਿੱਤਾਂਗੇ। ਤਾਂ ਵੈਕਸੀਨੇਸ਼ਨ ਦੀ ਅਪੀਲ ਹਰ ਪਾਸੇ ਹੋ ਰਹੀ ਹੈ। ਅਸੀਂ ਵੀ ਅਪੀਲ ਕਰ ਰਹੇ ਹਾਂ, ਨਿਊਜ਼ 18 ਪੰਜਾਬ ਵੀ ਸਾਡੀ ਮੁਹਿੰਮ ਹੈ ਸੰਜੀਵਨੀ, ਉਸ ਦੇ ਜ਼ਰੀਏ ਵੀ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਵੈਕਸੀਨੇਸ਼ਨ ਜ਼ਰੂਰ ਕਰਵਾਓ। ਜਿਨ੍ਹਾਂ ਦੀ ਉਮਰ ਦੇ ਲਿਹਾਜ਼ ਨਾਲ ਇਸ ਸਮੇਂ ਅਵੇਲੇਬਲ ਹੈ ਉਹ ਜ਼ਰੂਰ ਵੈਕਸੀਨੇਸ਼ਨ ਕਰਵਾਉਣ। ਪਰ ਅੱਗੇ ਵਧਦੇ ਹਾਂ ਤਾਂ ਹੁਣ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸੂਬੇ ਦੇ ਸਿਹਤ ਮੰਤਰੀ ਦੀ ਗੱਲ ਹੋਏਗੀ। ਸਿਹਤ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਪੁਲਿਸ ਸ਼ਿਕਾਇਤ ਹੋਈ ਹੈ। ਜੀ ਹਾਂ, ਅਕਾਲੀ ਦਲ ਨੇ ਦਰਜ ਕਰਵਾਈ ਹੈ ਸ਼ਿਕਾਇਤ। ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਹੈ। ਤੁਹਾਨੂੰ ਦੱਸ ਦਈਏ ਕਿ ਇਲਜ਼ਾਮ ਲੱਗੇ ਨੇ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਦੀ ਨਿਯੁਕਤੀ ਦੇ ਲਈ ਤਪਾ ਮੰਡੀ ਪਹੁੰਚੇ ਸੀ ਸਿਹਤ ਮੰਤਰੀ। ਸਮਾਗਮ ਦੌਰਾਨ ਲੋਕਾਂ ਦਾ ਜਮਾਵੜਾ ਦਿਖਿਆ। ਅਕਾਲੀ ਦਲ ਦੇ ਵੱਲੋਂ FIR ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਕਹਿੰਦੇ ਇਹ ਤਾਂ ਬਹੁਤ ਕਲੀਅਰ ਗੱਲ ਹੈ ਕਿ ਜੇਕਰ ਨਿਯਮ ਹੈਗੇ ਨੇ ਉਹ ਸਭ ਦੇ ਲਈ ਨੇ, ਸਭ ਦੇ ਲਈ ਨਿਯਮ ਜ਼ਰੂਰੀ ਨੇ ਤੇ ਜੇਕਰ ਉਲੰਘਣਾ ਹੋਈ ਹੈ ਤਾਂ ਉਸ ਦੇ ਉੱਤੇ ਕੀ ਐਕਸ਼ਨ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਰਹੇਗੀ। ਤਪਾ ਮੰਡੀ ਦੇ ਵਿੱਚ ਪ੍ਰਧਾਨ ਦੀ ਚੋਣ ਸੀ ਪਹੁੰਚੇ ਹੋਏ ਸੀ ਸਿਹਤ ਮੰਤਰੀ। ਜੋ ਜਾਣਕਾਰੀ ਹੈ, ਮੂੰਹ ਦੇ ਉੱਤੇ ਮਾਸਕ ਬੇਸ਼ੱਕ ਸੀ, ਨਾਲ ਦੇ ਲੋਕਾਂ ਨੇ ਵੀ ਲੱਗ ਰਿਹਾ ਕਿ ਮਾਸਕ ਤਾਂ ਲਗਾਇਆ ਹੋਇਆ ਸੀ ਆਲਮੋਸਟ ਸਭ ਦੇ, ਪਰ ਇਸ ਵਿਚਾਲੇ ਜਮਾਵੜਾ ਜ਼ਰੂਰ ਨਜ਼ਰ ਆਇਆ। ਇਹ ਪਹਿਲਾਂ ਹੀ ਸਾਫ਼ ਕਿਹਾ ਗਿਆ ਕਿ ਜੇ ਕੋਈ ਧਾਰਮਿਕ ਹੈ, ਸਿਆਸੀ ਇਕੱਠ ਹੈ ਜਾਂ ਕੋਈ ਹੋਰ ਜਿਹੜਾ ਸਮਾਜਿਕ ਇਕੱਠ ਹੈ ਉਹ ਨਹੀਂ ਕੀਤਾ ਜਾ ਸਕਦਾ, ਪਾਬੰਦੀ ਹੈ। ਲੋਕਾਂ ਦੇ ਘਰਾਂ ਦੇ ਵਿੱਚ ਵਿਆਹ ਸਮਾਗਮ ਰੱਖੇ ਗਏ ਨੇ, 10 ਲੋਕਾਂ ਦੀ ਇਜਾਜ਼ਤ ਉੱਥੇ ਹੈ ਕਿ 10 ਲੋਕਾਂ ਤੋਂ ਜ਼ਿਆਦਾ ਨਾ ਸ਼ਾਮਲ ਹੋਣ। ਤੇ ਦੂਜੇ ਪਾਸੇ ਕੋਈ ਸੰਸਕਾਰ ਦਾ ਮੌਕਾ ਹੁੰਦਾ ਹੈ, ਕਿਸ ਦੇ ਘਰ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਉੱਥੇ ਵੀ 10 ਤੋਂ 15 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ, 10 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੈ। ਪਰ ਜੇਕਰ ਜਿਹੜੇ ਮਿਸਾਲ ਪੇਸ਼ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜ਼ਰੂਰਤ ਹੈ ਮਿਸਾਲ ਪੇਸ਼ ਕਰਨ ਦੀ, ਜੇਕਰ ਉਹ ਇਸ ਤਰੀਕੇ ਦੇ ਨਾਲ ਨਜ਼ਰ ਆਉਣਗੇ ਲੋਕਾਂ ਦੀ ਭੀੜ ਦੇ ਵਿਚਾਲੇ, ਫਿਰ ਦਿੱਕਤ ਹੋਏਗੀ, ਲੋਕ ਵੀ ਸਵਾਲ ਪੁੱਛਣਗੇ। ਖੈਰ, ਅਕਾਲੀ ਦਲ ਨੇ ਮੰਗ ਕੀਤੀ ਹੈ ਕਿ FIR ਦਰਜ ਕੀਤੀ ਜਾਵੇ। ਪਿਛਲੇ ਦਿਨੀ ਨਗਰ ਕੌਂਸਲ ਤਪਾ ਦੇ ਜਿਹੜੇ ਪ੍ਰਧਾਨ, ਵਾਈਸ ਪ੍ਰਧਾਨ ਦੀ ਤਾਜਪੋਸ਼ੀ ਦੇ ਸੰਬੰਧ ਦੇ ਵਿੱਚ ਇੱਕ ਬੜਾ ਵੱਡਾ ਸਮਾਰੋਹ ਰੱਖਿਆ ਗਿਆ ਇਹਨਾਂ ਨੇ, ਜਿਹਦੇ ਵਿੱਚ ਕਰੀਬ 500 ਤੋਂ ਵੱਧ ਇੱਥੇ ਲੋਕ ਇਕੱਠੇ ਹੋਏ, ਜਿਹਦੀ ਪ੍ਰਧਾਨਗੀ ਸਰਦਾਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੇ ਕੀਤੀ। ਉਸ ਸਮਾਗਮ ਦੇ ਵਿੱਚ ਅਸੀਂ ਅੱਜ ਐਪਲੀਕੇਸ਼ਨ ਦੇ ਨਾਲ ਫੋਟੋਆਂ ਵੀ ਦਿੱਤੀਆਂ, ਸਬੂਤ ਦਿੱਤੇ ਨੇ, ਮਤਲਬ ਕਿ ਕੋਰੋਨਾ ਨਿਯਮਾਂ ਦੀਆਂ ਬਿਲਕੁਲ ਧੱਜੀਆਂ ਉਡਾਈਆਂ ਗਈਆਂ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਇੱਕ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ ਤਾਂ ਦੂਜੇ ਪਾਸੇ ਲੋਕਾਂ ਦੇ ਵੱਲੋਂ ਲਾਪਰਵਾਹੀ ਵੀ ਵਰਤੀ ਜਾ ਰਹੀ ਹੈ। ਖਬਰ ਲਵਾਂਗੇ ਨੂਰਪੁਰ ਦੇ ਪਿੰਡ ਚਿਹੜ ਤੋਂ, ਜਿੱਥੇ ਇਕੱਠ ਕਰ ਦਿੱਤਾ ਗਿਆ। ਕਿਸਾਨਾਂ ਦੇ ਵੱਲੋਂ ਰੋਕ ਦੇ ਬਾਵਜੂਦ ਵੀ ਉੱਥੇ ਇਕੱਠ ਕੀਤਾ ਗਿਆ। ਰਿਪੋਰਟ ਦੇਖੋ। कोरोना ने अजिही रफ्तार फड़ी कि हर पासे तबाही दा मंजर है। कई घरां च 70 विछ चुक्या है।
कोरोना कई जानां लै चुक्या है। पॉजिटिव मामले रुक नहीं रहे। सरकारां ने सख्ती कीती है ते लोकां नूं कोरोना तो बचाउण लई इकट्ठां ते पाबंदी लगाई है। पर इस दे बावजूद नूरपुर पेदी दे पिंड चहड़ च नीमां दीयां धज्जियां उडाईयां गईयां। किसान मजदूर एकता जिंदाबाद। किरती किसान मोर्चा ने कॉन्फ्रेंस की, वड्डा इकट्ठ किया ते हुण पुलिस एक्शन मोड च आई है ते सख्त कार्रवाई भी की। पुलिस ने किसान जथेबंदियां दे आगू, आम आदमी पार्टी दे वर्करां समेत कई होरां दे खिलाफ मामला भी दर्ज किया। किसान मजदूर एकता जिंदाबाद। ते ओ साडे आगू ने जिन्हां ने उधर किसान आगुआं ने इस कार्रवाई का विरोध किया ते सरकार ते तशद्दद करन दा इल्जाम लगाया है। आगुआं ने कहा है कि पुलिस जिन्ने मर्जी मामले दर्ज कर लवे, असी डरन वाले नहीं। वो मामलों का डट के सामना करनगे ते वड्डा संघर्ष उलीकिया जावेगा। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਇਹਨਾਂ ਪਰਚੀਆਂ ਤੋਂ ਨਹੀਂ ਡਰਦੇ, ਪਰ ਇਹ ਕੈਪਟਨ ਸਰਕਾਰ ਨੇ ਸਾਬਤ ਕਰਤਾ ਵੀ ਉਹ ਮੋਦੀ ਸਰਕਾਰ ਦੇ ਨਾਲ ਰਲੀ ਹੋਈ ਆ। ਉਹ ਕਰੋਨਾ ਦਾ ਬਹਾਨਾ ਲੈ ਕੇ ਇਹ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਆ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਨਾਲ ਰਲੀ ਹੋਈ ਹੈ ਕਿ ਉਹ ਕਰੋਨਾ ਦੇ ਨਾਂ ਦੇ ਉੱਤੇ ਜਿਹੜਾ ਸੰਘਰਸ਼ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ 3 ਕਾਨੂੰਨਾਂ ਖਿਲਾਫ, ਉਹਨੂੰ ਹਰ ਹਾਲ ਵਿੱਚ ਦਬਾਉਣਾ ਚਾਹੁੰਦੀ ਹੈ। दस्सिया जा रहा है कि किसान आगुआं नूं कॉन्फ्रेंस करन लई प्रशासन तो इजाजत लैण लई कहा गया सी, पर ना तां प्रशासन तक पहुंच कीती गई ते ना ही किसी ने इजाजत लई। कोरोना काल च सारिਆਂ ਨੂੰ इकट्ठ करन तो बचना चाहिए है। इकट्ठ च जे कोई कोरोना पॉजिटिव होया तां अंकड़े कित्थे जाणगे, इह सोच के भी डर लगदा है। नंगल तो राजकुमार, न्यूज़ 18। ਤਾਂ ਸਵਾਲ ਤਾਂ ਇਹੀ ਹੈ ਕਿ ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤ ਵੱਧ ਸਕਦੀ ਹੈ ਤੇ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਹੋਵੇਗਾ। ਪੁਲਿਸ ਕਾਰਵਾਈ ਵੀ ਕਰ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਗਲੀ ਖਬਰ ਬਹਾਦਰਗੜ੍ਹ ਤੋਂ ਹੈ, ਜਿੱਥੇ ਅੱਗ ਨੇ ਤਾਂਡਵ ਮਚਾਇਆ। ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ, ਉਸ ਦੀਆਂ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ। ਵੱਡੀ ਖਬਰ ਹੈ, ਵੱਡਾ ਨੁਕਸਾਨ ਹੋਇਆ, ਲੱਖਾਂ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੈ। ਕੱਚਾ ਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ ਹੈ। ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਸਵੇਰੇ 6 ਵਜੇ ਦੇ ਕਰੀਬ ਫੈਕਟਰੀ ਦੇ ਵਿੱਚ ਅੱਗ ਲੱਗੀ। ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਬਹਾਦਰਗੜ੍ਹ ਦੇ ਵਿੱਚ ਅੱਗ ਲੱਗੀ ਹੈ। ਅੱਗ ਦੀ ਪੂਰੀ ਘਟਨਾ ਵਾਪਰੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਹੀ ਪਲਾਂ 'ਚ। ਸਵੇਰੇ 6 ਵਜੇ ਦੇ ਕਰੀਬ ਇਹ ਫੈਕਟਰੀ ਦੇ ਵਿੱਚ ਅੱਗ ਲੱਗੀ। ਕਿਸ ਤਰੀਕੇ ਨਾਲ ਭਾਂਬੜ ਉੱਥੇ ਅੱਗ ਦਾ ਵੇਖਣ ਨੂੰ ਮਿਲਿਆ ਹੈ, ਕਿਉਂਕਿ ਜ਼ਬਰਦਸਤ ਅੱਗ ਸੀ ਤੇ ਜੋ ਅੰਦਰ ਕੱਚਾ ਮਾਲ ਤੇ ਤਿਆਰ ਮਾਲ ਸੀ ਜੋ ਫੈਕਟਰੀ ਦਾ, ਉਹ ਸੜ ਕੇ ਸੁਆਹ ਹੋ ਗਿਆ ਔਰ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ। ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ। है 6:45 बजे के आसपास हमारे पास मैसेज आया था कि गाड़ी फैक्ट्री में बहुत ज़्यादा आग है। तो हमने गाड़ियाँ निकाल दी तीनों स्टेशनों की। यहाँ आके देखा तो आग काफ़ी देर पहले लगी हुई। अंदाज़ा आग को देखने से अंदाज़ा लगाया गया कि आग काफ़ी फैली हुई है। नुकसान कितना होगा सर? पूरी फैक्ट्री में ही आ गई? मालिक ही बता सकता है। मोस्टली सारी फैक्ट्री चलेगी। फायर इक्विपमेंट काम कर रहे थे सर यहाँ? फायर इक्विपमेंट्स इनके आइडेंट काम नहीं कर रहे थे, बाकी पानी दे दिया गया। आग कैसे लगी होगी सर, कोई पता चला? अभी तक कोई अंदाजा नहीं। अभी शायद शॉर्ट सर्किट हो या पता नहीं, बाकी इसका कोई आइडिया नहीं हो। रुक करते प्रदीप धनखड़ इस समय साडे नाल फोन लाइन ते जुड़ रहे हैं बहादुरगढ़ तो। प्रदीप, जानना चाहेंगे इस समय की स्थिति क्या है? आग पर काबू पाया गया और दूसरा वजह क्या है? जी बिल्कुल, आग पर काबू पाने का प्रयास फिलहाल अभी किया जा रहा है, लेकिन आग पर पूरी तरह से काबू नहीं पाया गया है। 6 बजे ये आग लगी थी सुबह के समय। फायर ब्रिगेड के कर्मचारी मौके पर पहुंचे हैं। 6 गाड़ियों को भी बुलाया गया है। साथ ही जो फैक्ट्री के कर्मचारी हैं वो भी आग पर काबू पाने का प्रयास कर रहे हैं। क्रेन की मदद से दरवाजों को तोड़ा गया है। फैक्ट्री के भवन को भी काफी नुकसान पहुंचा है। लाखों रुपए का तैयार और कच्चा माल यहाँ पर रखा हुआ था जो पूरी तरह जलकर राख हुआ है। पूरी ही फैक्ट्री में ये आग फैल गई है। पहले फैक्ट्री के पिछले हिस्से में आग लगी थी, लेकिन देखते ही देखते पूरी फैक्ट्री को आग ने अपनी चपेट में ले लिया है। ज्वलनशील केमिकल और रबड़ होने के कारण आग पर काबू पाने के प्रयास भी नाकाफी साबित हो रहे हैं। लगातार फैक्ट्री के अंदर से काला धुआं और आग की लपटें बाहर निकल रही हैं। शॉर्ट सर्किट हो सकता है आग की वजह से ये आग लगी। और फिलहाल
आग बुझने के बाद ही जांच की जाएगी और जांच के बाद ही पता चल सकेगा कि असली वजह क्या थी और आग कहां से शुरू हुई, किस तरीके से शुरू हुई। फिलहाल फायर ब्रिगेड के कर्मचारी जो आग को काबू पाने का प्रयास कर रहे हैं, लेकिन अब भी आग वैसे ही दरक रही है, क्योंकि रबड़ है वो ज्वलनशील होती है और ज्वलनशील जो ब्रेक बनाए जाते हैं यहाँ गाड़ियों के, वो रबड़ के बनते हैं। वो रबड़ भी यहाँ पर काफी संख्या में रखी हुई थी, कुछ तैयार माल था, कच्चा माल था, सभी में आग लगी थी और आग फिलहाल पूरी तरह से काबू नहीं पाया जा सका आग पर। कोई मजदूर तो अंदर नहीं था? जी नहीं गौरव, दरअसल जिस समय फैक्ट्री में आग लगी उस समय कोई भी अंदर मौजूद नहीं था, सिर्फ सिक्योरिटी गार्ड मौजूद थे। उन्होंने ही फायर ब्रिगेड को इस घटना की सूचना दी है। फायर ब्रिगेड के अधिकारी आए हैं और अधिकारियों के आने के बाद फैक्ट्री के मालिक को भी इस घटना के बारे में अवगत करवाया गया। फिलहाल फैक्ट्री मालिक भी फैक्ट्री में ही मौजूद है और आग पर काबू पाने के प्रयास वो लगातार वो भी खुद भी जुटे हुए हैं। जी गौरव, शुक्रिया प्रदीप, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਫੈਕਟਰੀ ਦੇ ਵਿੱਚ ਰਾਹਤ ਦੀ ਖਬਰ ਇਹ ਹੈ ਕਿ ਕੋਈ ਮੌਜੂਦ ਨਹੀਂ ਸੀ, ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਚਾ ਰਿਹਾ ਹੈ। ਤੇ ਦੂਜਾ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਹੈ, ਜਿਵੇਂ ਅਸੀਂ ਸੁਣ ਵੀ ਰਹੇ ਸੀ, ਉੱਥੇ ਜਿਹੜੇ ਸ਼ਖਸ ਮੌਜੂਦ ਸੀ ਤੇ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ ਹੈ ਫੈਕਟਰੀ। ਖੈਰ ਅੱਗ ਦੀ ਵਜ੍ਹਾ ਦਾ ਅਜੇ ਤੱਕ ਤਾਂ ਪਤਾ ਨਹੀਂ ਲੱਗ ਸਕਿਆ ਕਿ ਕਿਉਂ ਲੱਗੀ, ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਅੱਗ ਉੱਤੇ ਕਾਬੂ ਪਾਉਣ ਦੇ ਲਈ।